ਮੈਨੂੰ ਅਕਸਰ ਧਾਰਮਿਕ ਲੋਕ ਕਹਿ ਦਿੰਦੇ ਹਨ ਕਿ ਤੁਸੀਂ ਸੰਸਾਰ ਨੂੰ ਤਿਆਗਣ ਦੀ ਗੱਲ ਕਿਉਂ ਕਰ ਰਹੇ ਹੋ। ਤੁਸੀਂ ਕਿਆ ਕਰੋ ਵੀ ਤਿਆਗਨਾ ਤਿਆਗਨ ਨੀਕਾ ਕਾਮ ਕ੍ਰੋਧ ਲੋਭ ਤਿਆਗਨ। ਮੈਂ ਕਿਹਾ ਉਹ ਕੀ ਹੈ। ਕਾਮਨਾ ਤਿਆਗਣੀ ਸੰਸਾਰ ਦੀ, ਚਾਹਤ ਤਿਆਗਣੀ, ਲੋਭ ਨਹੀਂ ਕਰਨਾ ਹੈ ਸੰਸਾਰ ਦਾ, ਕੁਛ ਪਾਉਣਾ ਨਹੀਂ, ਕੁਛ ਚਾਹੁਣਾ ਨਹੀਂ। ਅਤੇ ਜਿਹੜਾ ਸੰਸਾਰ ਦੀ ਚਾਹਤ ਤਿਆਗੇਗਾ ਉਹ ਸੰਸਾਰ ਹੀ ਤਿਆਗੇਗਾ ਨਾ। ਪਰ ਤਿਆਗ ਲਹਿਦਾ ਲਹਿਦਾ ਹੁੰਦਾ ਹੈ। ਕਈਆਂ ਦਾ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਹੀ ਹੋ ਸਕਦਾ ਹੈ। ਕੁਛ ਐਸੇ ਹਨ ਜਿਨ੍ਹਾਂ ਨੂੰ ਸੰਸਾਰ ਤੋਂ ਦੂਰ ਜਾਣਾ ਪੈਂਦਾ ਹੈ ਥੋੜ੍ਹਾ ਜਿਹਾ, ਪਰ ਜ਼ਰੂਰੀ ਨਹੀਂ ਹੈ, ਖਿਆਲ ਵਿੱਚ ਰੱਖਣ ਯੋਗ ਹੈ। ਜਿਵੇਂ ਮੈਂ ਗੌਤਮ ਬੁੱਧ ਦੀ ਗੱਲ ਕੀਤੀ ਹੈ, ਅਤੇ ਕਈ ਕਹਿ ਦਿੰਦੇ ਹਨ ਵੀ ਬਾਬੇ ਨਾਨਕ ਦੇ ਨਾਲ ਤੁਸੀਂ ਗੌਤਮ ਬੁੱਧ ਦੀ ਗੱਲ ਕਰ ਦਿੰਦੇ ਜਾਂ ਹੋਰ ਕਿਸੇ ਦੀ ਕਰ ਦਿੰਦੇ। ਸਿੱਖ ਜਿਹੜੇ ਹਨ ਉਹ ਫਿਰ ਨਾਰਾਜ਼ ਹੋ ਜਾਂਦੇ ਵੀ ਉਹਨਾਂ ਵਰਗਾ ਤਾਂ ਕੋਈ ਨਹੀਂ, ਕਿਸੇ ਵਰਗਾ ਵੀ ਕੋਈ ਨਹੀਂ ਹੈ। ਮੈਂ ਕੋਈ ਤੁਲਨਾ ਥੋੜ੍ਹੀ ਕਰ ਰਿਹਾ। ਵਾਸ਼ਨਾ ਤੋਂ ਰਹਿਤ ਹੋਇਆ ਹੈ ਜਿਹੜਾ, ਮੈਂ ਉਹਦੀ ਗੱਲ ਕਰ ਰਿਹਾ। ਹਾਂ, ਮਾਰਗ ਭਿੰਨ ਭਿੰਨ ਹੈ। ਗੌਤਮ ਬੁੱਧ ਨੇ ਸੰਸਾਰ ਦੇ ਵਿੱਚ ਰਹਿ ਕੇ ਜਾਣਿਆ ਹੈ ਸੰਸਾਰ ਵਿਅਰਥ ਹੈ। ਸਮਰਾਟ ਦਾ ਪੁੱਤਰ ਸੀ, ਰਾਜਕੁਮਾਰ ਸੀ, ਭੋਗ ਭੋਗਣ ਨੂੰ ਖੂਬ ਮਿਲੇ ਹੋਣਗੇ, ਖੂਬ ਭੋਗਿਆ, ਭੋਗ ਭੋਗ ਕੇ ਜਾਣਿਆ ਵੀ ਸਭ ਅਸਾਰ ਹੈ, ਵਿਅਰਥ, ਅਤੇ ਛੱਡ ਕੇ ਚਲੇ ਗਏ। ਤਾਂ ਉਹਨਾਂ ਦੇ ਨਾਲ ਜਿਹੜੇ ਜੁੜੇ ਹਨ ਤਾਂ ਉਹਨਾਂ ਨੇ ਇਹੋ ਹੀ ਗੱਲ ਕਹੀ ਹੈ ਵੀ ਵਾਸ਼ਨਾ ਮੁਕਤ ਹੋਣਾ ਹੈ ਅਤੇ ਸੰਸਾਰ ਤੋਂ ਥੋੜ੍ਹਾ ਜਿਹਾ ਦੂਰ ਹਟ ਜਾਓ, ਫਿਰ ਸੁਖਾਲਾ ਹੋਵੇਗਾ। ਤਾਂ ਉਹਨਾਂ ਦੇ ਪਿੱਛੇ ਚੱਲਣ ਵਾਲੇ ਸੰਸਾਰ ਨੂੰ ਛੱਡ ਕੇ, ਤਿਆਗ ਕੇ ਉਹਨਾਂ ਦੇ ਪਿੱਛੇ ਚੱਲੇ, ਭਿਕਸ਼ੂ ਹੋਏ, ਇੱਦਾਂ ਹਿੰਦੂ ਸੰਨਿਆਸੀ ਹੋਏ। ਪਰ ਛੱਡਿਆ ਤਾਂ ਬਾਬੇ ਨਾਨਕ ਨੇ ਵੀ ਸੀ। ਘਰ ਪਰਿਵਾਰ ਛੱਡ ਕੇ ਗਏ ਸਨ, ਦੁਕਾਨਦਾਰੀ ਵੀ ਛੱਡ ਕੇ ਗਏ, ਪਰ ਉਹਨਾਂ ਨੇ ਭਰਮਣ ਕਰ ਕਰਕੇ ਦੇਖਿਆ ਇਹਨਾਂ ਸਾਧੂਆਂ ਨੂੰ, ਇਹਨਾਂ ਤਿਆਗੀਆਂ ਨੂੰ, ਇਹਨਾਂ ਵੈਰਾਗੀਆਂ ਨੂੰ, ਇਹਨਾਂ ਜੋਗੀਆਂ ਨੂੰ, ਸੰਨਿਆਸੀਆਂ ਨੂੰ, ਭਿਕਸ਼ੂਆਂ ਨੂੰ, ਵੀ ਤਿਆਗ ਕੇ ਤੇ ਆ ਗਏ ਹਨ ਸੰਸਾਰ, ਪਰ ਅੰਦਰ ਵਾਸ਼ਨਾ ਜੀ ਅਧੂਰੀ ਹੈ ਇਹਨਾਂ ਦੀ। ਇਹ ਗੱਲਾਂ ਸੰਸਾਰੀਆਂ ਦੀਆਂ ਹੀ ਹਨ। ਅਜੇ ਵੀ ਰਿੱਧੀਆਂ ਸਿੱਧੀਆਂ ਦੇ ਚੱਕਰਾਂ 'ਚ ਪਏ ਹਨ। ਰਿੱਧੀਆਂ ਸਿੱਧੀਆਂ ਦਿਖਾ ਲੈਣੀਆਂ ਕਿਹਨੂੰ ਹਨ? ਸੰਸਾਰਿਕ ਲੋਕਾਂ ਨੂੰ ਪ੍ਰਭਾਵਿਤ ਕਰਨਾ, ਉਹਨਾਂ ਕੋਲ ਕੁਛ ਲੈਣਾ ਹੈ, ਉਹਨਾਂ ਨੂੰ ਚਮਤਕਾਰ ਦਿਖਾ ਲੈਣੇ। ਅਜੇ ਲੋਭ ਹੈ ਇਹਨਾਂ ਦੇ ਅੰਦਰ, ਲੋਭ ਤਿਆਗਿਆ ਨਹੀਂ ਗਿਆ, ਕਾਮਨਾ ਹੈ ਇਹਨਾਂ ਦੇ ਅੰਦਰ। ਤਾਂ ਉਹਨਾਂ ਨੇ ਵਾਪਸ ਆਣ ਕੇ ਭਰਮਣ ਤੋਂ ਬਾਅਦ ਫਿਰ ਆਪਣੇ ਜਿਹੜੇ ਪਿਆਰੇ ਗੁਰਸਿੱਖ ਸਨ, ਸਿੱਖ ਧਰਮ ਤਾਂ ਉਦੋਂ ਸੀ ਨਹੀਂ, ਜਿਹੜੇ ਉਹਨਾਂ ਕੋਲ ਆਉਂਦੇ ਸਨ ਸ਼ਿਸ਼, ਉਹਨਾਂ ਨੂੰ ਸਮਝਾਉਣਾ ਕੀਤਾ ਹੈ ਵੀ ਘਰ ਬਾਰ ਤਿਆਗਣਾ ਜ਼ਰੂਰੀ ਨਹੀਂ ਹੈ, ਜ਼ਰੂਰੀ ਹੈ ਵਾਸ਼ਨਾ ਦਾ ਤਿਆਗ, ਚਾਹਤ ਦਾ ਤਿਆਗ। ਅਤੇ ਤੁਸੀਂ ਘਰ ਰਹਿੰਦਿਆਂ ਵੀ ਵਾਸ਼ਨਾ ਦਾ ਤਿਆਗ, ਚਾਹਤ ਦਾ ਤਿਆਗ ਕਰ ਸਕਦੇ ਹੋ, ਪਰ ਹੋਵੇਗਾ ਕਠਿਨ। ਪਰ ਉਹਨਾਂ ਕੋਲ ਵੀ ਜਿਹੜੇ ਆਉਣ ਵਾਲੇ ਸਨ ਉਹ ਤਾਂ ਸੰਸਾਰ ਦਾ ਤਿਆਗ ਕਰਕੇ ਹੀ ਆ ਰਹੇ ਸਨ ਨਾ, ਜਿਵੇਂ ਬਾਬਾ ਲਹਿਣਾ ਜੀ ਸਨ,
ਉਹ ਸੰਸਾਰ ਦਾ ਤਿਆਗ ਕਰਕੇ ਹੀ ਆਏ ਸਨ। ਘਰ ਪਰਿਵਾਰ ਦਾ ਇੱਦਾਂ ਹੀ ਹੋਰ ਵੀ ਆਏ ਸਨ ਉਹਨਾਂ ਦੇ ਚਰਨਾਂ ਵਿੱਚ, ਪਰ ਉਹ ਕਈਆਂ ਨੂੰ ਵਾਪਸ ਮੋੜ ਦਿੰਦੇ ਸਨ ਜਿਨ੍ਹਾਂ ਦਾ ਇਹ ਸੰਸਾਰ ਕੱਚਾ ਸੀ। ਵੀ ਜੇ ਤੁਹਾਡੀ ਵਾਸ਼ਨਾ ਪਿੱਛੇ ਹੈ, ਚਾਹਤ ਪਿੱਛੇ ਹੈ, ਇਹ ਸੰਸਾਰ ਦੀ ਇੱਛਾ ਹੈ ਭੋਗਣ ਦੀ, ਇਹ ਜੇ ਜਾਣਿਆ ਨਹੀਂ ਤੁਸੀਂ ਵਿਅਰਥ, ਇਹ ਜੇ ਚਿੱਤ ਜਾ ਰਿਹਾ ਸੰਸਾਰ ਵੱਲ, ਅਤੇ ਤੁਸੀਂ ਇੱਥੇ ਰਹਿ ਕੇ ਵੀ ਸੰਸਾਰ 'ਚ ਹੀ ਜਾਓਗੇ ਨਾ। ਵਿਚਾਰ ਤਾਂ ਸੰਸਾਰ ਦਾ ਚੱਲ ਰਿਹਾ। ਜਿਵੇਂ ਅਕਸਰ ਮੇਰੇ ਕੋਲ ਕਈ ਗੁਰਮੁਖ ਪਿਆਰੇ ਆ ਜਾਂਦੇ ਹਨ ਰਹਿਣ ਵਾਸਤੇ, ਅਤੇ ਉਹਨਾਂ ਨੂੰ ਮੈਂ ਗੌਰ ਨਾਲ ਦੇਖਦਾ, ਜਾਚਦਾ, ਅਤੇ ਕਈਆਂ ਨੂੰ ਮੈਂ ਵਾਪਸ ਭੇਜ ਦਿੰਦਾ ਵੀ ਇਹਨਾਂ ਦਾ ਇਹ ਸੰਸਾਰ ਕੱਚਾ ਹੈ, ਅਜੇ ਜਾਣਿਆ ਨਹੀਂ ਹੈ ਵੀ ਵਿਅਰਥ ਹੈ, ਅਜੇ ਪਿੱਛੇ ਮਨ ਜਾ ਰਿਹਾ ਹੈ। ਅਤੇ ਅਗਰ ਸੰਸਾਰ ਵਿੱਚ ਜਾ ਰਿਹਾ ਹੈ ਮਨ, ਅਤੇ ਮੇਰੇ ਕੋਲ ਤਾਂ ਹੈ ਹੀ ਨਹੀਂ, ਫਿਰ ਇੱਥੇ ਹੋਣਗੇ ਥੋੜ੍ਹੀ, ਹੋਣਗੇ ਤਾਂ ਸੰਸਾਰ 'ਚ, ਆਪਣੇ ਪਰਿਵਾਰ 'ਚ, ਬੱਚਿਆਂ 'ਚ। ਅਜੇ ਮੋਹ ਮਮਤਾ ਹੈ। ਅਤੇ ਮੈਂ ਕਹਿੰਦਾ ਹੁੰਦਾ ਵੀ ਅਜੇ ਚਲੇ ਜਾਓ ਸੰਸਾਰ 'ਚ ਵਾਪਸ, ਅਜੇ ਤੁਸੀਂ ਕੱਚੇ ਹੋ, ਪੱਕ ਜਾਓ। ਵੈਰਾਗ ਦੇ ਵਿੱਚ ਆਦਮੀ ਪੱਕਦਾ ਹੈ। ਸੰਸਾਰ ਵਿਅਰਥ ਹੈ, ਅਸਾਰ ਹੈ, ਕੂੜ ਹੈ, ਮਿਥਿਆ ਹੈ। ਸਤ ਸੰਗਤ ਦੁਆਰਾ ਐਸੀਆਂ ਗੱਲਾਂ ਜਦੋਂ ਸੁਣਦਾ ਹੈ ਵਾਰ-ਵਾਰ ਵੀ ਇਹ ਦੁੱਖ ਰੂਪ ਹੈ, ਤਾਂ ਉਹਨੂੰ ਵੈਰਾਗ ਪੈਦਾ ਹੁੰਦਾ ਹੈ। ਪਰ ਸੰਸਾਰ ਦੀ ਕਸ਼ਿਸ਼ ਤਾਂ ਹੁੰਦੀ ਹੈ, ਤਾਂ ਉਹਦੇ ਵਿੱਚ ਧੀਰੇ ਧੀਰੇ ਉਹ ਪੱਕਦਾ ਹੈ। ਇਹਨੂੰ ਹੀ ਤਪੱਸਰਿਆ ਕਿਹਾ ਹੈ। ਕਈ ਸੰਸਾਰ 'ਚ ਰਹਿ ਰਹੇ ਹਨ ਗੁਰਮੁਖ ਪਿਆਰੇ, ਪਰ ਰਹਿਣਾ ਔਖਾ ਹੈ। ਪਰ ਫਿਰ ਵੀ ਮੈਂ ਕਹਿੰਦਾ ਹੈ ਵੀ ਰਹੋ ਹਾਲੇ, ਜਿੰਨਾ ਚਿਰ ਪੂਰੀ ਤਰ੍ਹਾਂ ਸੰਸਾਰ 'ਚ ਪੱਕ ਨਾ ਜਾਓ, ਵੀ ਵਿਅਰਥ ਨਾ ਜਾਣ ਲਓ। ਪੱਕਣ ਦਾ ਭਾਵ ਨਿਚੋੜ ਕੱਢ ਲਓ ਇੱਕ ਵਾਰ ਸੰਸਾਰ ਦਾ, ਨਿਚੋੜ ਕੱਢ ਕੇ ਜਾਣੋਗੇ ਵੀ ਵਿਅਰਥ ਹੈ, ਕੁਛ ਵੀ ਨਹੀਂ ਹੈ ਇੱਥੇ। ਅਸਾਰ ਹੀ ਅਸਾਰ, ਅਸਤ ਹੀ ਸਤ, ਝੂਠ ਹੀ ਝੂਠ, ਪਖੰਡ ਹੀ ਪਖੰਡ। ਝੂਠੀ ਦੇਖੀ ਪ੍ਰੀਤ ਜਗਤ ਮੇਂ। ਦੇਖ ਲਓਗੇ ਜਦੋਂ ਨਿਸ਼ਚਾ ਹੋ ਜਾਵੇਗਾ, ਫਿਰ ਤੁਸੀਂ ਆਸਾਨੀ ਨਾਲ ਵਾਪਸ ਆ ਜਾਓਗੇ। ਹਾਂ, ਅਗਰ ਤੁਸੀਂ ਵਾਸ਼ਨਾ ਤੋਂ ਮੁਕਤ ਹੋ ਜਾਓ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਹੀ, ਅਤੇ ਜ਼ਰੂਰੀ ਨਹੀਂ ਹੈ ਸੰਸਾਰ ਨੂੰ ਛੱਡਣਾ। ਜਿਵੇਂ ਕਬੀਰ ਜੀ, ਰਵਿਦਾਸ ਜੀ ਐਸੇ ਭਗਤ ਹੋਏ ਹਨ, ਕਈ ਗੁਰਮੁਖ ਪਿਆਰੇ ਹੋਏ ਹਨ ਮਹਾਂਪੁਰਸ਼, ਜਿਨ੍ਹਾਂ ਨੇ ਨਹੀਂ ਤਿਆਗਿਆ ਹੈ, ਵਿੱਚੇ ਰਹੇ ਹਨ ਸੰਸਾਰ। ਪਰ ਕਠਨ ਤਾਂ ਹੈ, ਖਿਆਲ ਵਿੱਚ ਰੱਖਿਓ। ਗੌਤਮ ਬੁੱਧ ਦਾ ਮਾਰਗ ਸੁਖਾਲਾ ਹੈ, ਬਾਬੇ ਨਾਨਕ ਦਾ ਮਾਰਗ ਕਠਨ ਹੈ, ਕਬੀਰ ਜੀ, ਰਵਿਦਾਸ ਜੀ ਦਾ ਮਾਰਗ ਬਹੁਤ ਕਠਨ ਹੈ। ਲੋਕ ਸੋਚਦੇ ਹਨ ਗੌਤਮ ਬੁੱਧ ਦਾ ਸੁਖਾਲਾ ਹੋਵੇਗਾ, ਨਹੀਂ। ਕਿਉਂਕਿ ਸੰਸਾਰ ਨੂੰ ਤਿਆਗ ਕੇ ਤੁਸੀਂ ਦੂਰ ਚਲੇ ਜਾਓਗੇ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਂਦੀਆਂ ਹਨ। ਆਦਮੀ ਦਾ ਛੇਤੀ ਹੋ ਸਕਦਾ ਮੋਹ ਭੰਗ, ਪਰ ਜ਼ਰੂਰੀ ਨਹੀਂ ਹੈ। ਅਗਰ ਵਾਸ਼ਨਾ ਰਹੀ ਤਾਂ ਨਹੀਂ ਵੀ ਹੋਵੇਗਾ, ਅਤੇ ਬਹੁਤਿਆਂ ਦਾ ਨਹੀਂ ਹੋ ਰਿਹਾ। ਪਰ ਵਿੱਚ ਰਹਿੰਦਿਆਂ ਹੋਇਆਂ ਜਿਵੇਂ ਕਬੀਰ ਜੀ ਰਹੇ ਹਨ, ਬਹੁਤ ਕਠਨ ਹੈ ਸੰਸਾਰ ਤੋਂ ਨਿਰਲੇਪ ਹੋਣਾ। ਸੰਸਾਰ ਦੇ ਵਿੱਚ ਖੜ੍ਹ ਕੇ, ਚਿੱਕੜ ਦੇ ਵਿੱਚ ਖੜ੍ਹ ਕੇ ਚਿੱਕੜ ਤੋਂ ਨਿਰਲੇਪ ਹੋਣਾ, ਚਿੱਕੜ ਲੱਗਣ ਨਾ ਦੇਣਾ। ਫਿਰ ਉਹ ਹੀ ਹੋ ਸਕਦਾ ਨਿਰਲੇਪ ਜਿਹੜਾ ਕਮਲ ਫੁੱਲ ਦੀ ਤਰ੍ਹਾਂ ਬਣ ਗਿਆ, ਉੱਪਰ ਉੱਪਰ ਹੀ ਚਿੱਕੜ ਤੋਂ ਰਵੇ। ਨਹੀਂ ਤਾਂ ਚਿੱਕੜ ਦੇ ਵਿੱਚ ਜਿਹੜੇ ਖੜ੍ਹੇ ਹਨ ਚਾਰ ਚੁਫੇਰੇ, ਉਹ ਖਿੱਚ ਲੈਂਦੇ ਹਨ। ਸਾਰੇ ਹੀ ਤਾਂ ਖੜ੍ਹੇ ਹਨ ਸੰਸਾਰ ਰੂਪੀ ਚਿੱਕੜ। ਇਹਨੂੰ ਹੀ ਤਾਂ ਕਿਹਾ ਹੈ ਪੰਕਜ ਜੋ ਮੋਹ ਪੱਗ ਨਹੀਂ ਚੱਲੇ। ਇਹ ਮੋਹ ਰੂਪੀ ਚਿੱਕੜ, ਇਹਦੇ ਵਿੱਚ ਪੈਰ ਨਹੀਂ ਚੱਲ ਰਿਹਾ। ਹਮ ਦੇਖਾ ਹਟ ਹੈ ਡੁੱਬੀ ਵਾਲੇ, ਡੁੱਬ ਰਹੇ ਸਭ, ਦੇਖ ਰਿਹਾ ਹੈ ਡੁੱਬੀ ਜਾ ਰਹੇ, ਚਿੱਕੜ 'ਚ ਫਸ ਰਹੇ। ਅਤੇ ਚਿੱਕੜ 'ਚ ਰਹਿੰਦਿਆਂ ਹੋਏ ਚਿੱਕੜ ਤੋਂ ਨਿਰਲੇਪ ਹੋਣਾ ਬਹੁਤ ਕਠਿਨ ਹੈ।
ਕੋਈ ਚਿੱਕੜ ਦੇ ਕਿਨਾਰੇ ਪਹੁੰਚ ਗਿਆ, ਥੋੜ੍ਹਾ ਜਿਹਾ ਧੀਰੇ ਧੀਰੇ ਖਿਸਕਦਾ ਥੋੜ੍ਹਾ ਜਿਹਾ ਸੁੱਕੀ ਜਗ੍ਹਾ 'ਤੇ ਆ ਗਿਆ ਤਾਂ ਉਹਨੂੰ ਬਚ ਜਾਣਾ ਜੇ ਸਿਖਾਲਾ ਹੈ। ਅਤੇ ਜਿਹੜੇ ਤਿਆਗੀ ਹਨ, ਗੌਤਮ ਬੁੱਧ ਹੋਰ ਬਹੁਤ ਹੋਏ ਹਨ, ਦੂਰ ਚਲੇ ਗਏ ਸੰਸਾਰ ਤੋਂ, ਉਹਨਾਂ ਨੂੰ ਸਿਖਾਲਾ ਸੀ। ਪਰ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਹੈ ਤਾਂ ਕਠਿਨ, ਪਰ ਫਿਰ ਵੀ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਸੰਸਾਰ ਨੂੰ ਗੌਰ ਦੇ ਨਾਲ ਦੇਖਦਾ ਰਹੇ, ਜਾਣਦਾ ਰਹੇ। ਪਹਿਲਾਂ ਜਾਣਨਾ ਹੈ ਸੰਸਾਰ ਨੂੰ, ਖਿਆਲ ਵਿੱਚ ਰੱਖੋ। ਕਈ ਧਾਰਮਿਕ ਲੋਕ ਕਹਿੰਦੇ ਹਨ ਪਰਮਾਤਮਾ ਨੂੰ ਜਾਣਨਾ ਹੈ ਜੀ। ਪਰਮਾਤਮਾ ਨੂੰ ਕਿਵੇਂ ਜਾਣ ਲਓਗੇ ਤੁਸੀਂ? ਉਹ ਜਾਣਨ ਵਿੱਚ ਥੋੜ੍ਹੀ ਆਉਂਦਾ ਹੈ, ਸੰਸਾਰ ਜਾਣਨ ਵਿੱਚ ਆਉਂਦਾ ਹੈ। ਸੰਸਾਰ ਨੂੰ ਚੰਗੀ ਤਰ੍ਹਾਂ ਜਾਣ ਲਓ। ਜਿੱਥੇ ਤੁਸੀਂ ਖੜ੍ਹੇ ਹੋ ਉਹਨੂੰ ਜਾਣੋ ਪਹਿਲਾਂ। ਝੂਠ ਨੂੰ ਜਾਣ ਲਓ। ਅਗਰ ਝੂਠ ਝੂਠ ਦੀ ਤਰ੍ਹਾਂ ਨਿਕਲ ਆਇਆ ਅਤੇ ਸੱਚ ਵਾਲੇ ਪਾਸੇ ਤੁਸੀਂ ਆਪੇ ਜਾਓਗੇ। ਸੱਚ ਨੂੰ ਥੋੜ੍ਹੀ ਪਹਿਲਾਂ ਜਾਣ ਲਓਗੇ। ਅਤੇ ਸੰਸਾਰ 'ਚ ਖੜ੍ਹੇ ਹੋ ਨਾ, ਅਤੇ ਸੰਸਾਰ ਨੂੰ ਪਹਿਲਾਂ ਜਾਣੋ, ਗੌਰ ਨਾਲ ਦੇਖੋ, ਸਮਝੋ ਇਹਨੂੰ। ਇਹਦੇ 'ਚ ਕੀ ਹੈ? ਕਿਸੇ ਨੇ ਕੁਝ ਪਾਇਆ ਹੈ, ਕਿਸੇ ਨੂੰ ਕੁਝ ਮਿਲਿਆ ਹੈ, ਕੋਈ ਉਪਲਬਧ ਹੋਇਆ। ਸਭ ਰੋਂਦੇ ਜਾਂਦੇ ਹਨ, ਖਾਲੀ ਹੱਥ ਦੱਸ ਕੇ ਜਾਂਦੇ ਹਨ ਵੀ ਕੁਛ ਨਹੀਂ ਲੈ ਕੇ ਚੱਲੇ। ਜੀਵਨ ਹਾਰ ਕੇ ਜਾ ਰਹੇ, ਗਵਾ ਕੇ ਜਾ ਰਹੇ। ਅਤੇ ਵਿਅਰਥ ਜੀਵਨ ਗਵਾ ਜਾ ਰਹੇ ਹਨ ਸੰਸਾਰ ਦੇ ਵਿੱਚ। ਹੁਣ ਜਿਨ੍ਹਾਂ ਦਾ ਨਾਮ ਵੀ ਬਹੁਤ ਹੋ ਜਾਂਦਾ ਹੈ, ਅਤੇ ਤੁਸੀਂ ਕੀ ਸੋਚਦੇ ਹੋ ਵੀ ਉੱਧਰ ਕੁਛ ਉਪਲਬਧੀ ਹੋ ਜਾਂਦੀ? ਨਹੀਂ, ਉਹ ਵੀ ਮਰਨ ਤੋਂ ਬਾਅਦ ਉੱਦਾਂ ਹੀ ਭਟਕਦੇ ਹਨ, ਜ਼ਿਆਦਾ ਭਟਕਦੇ ਹਨ ਸਭ। ਇਹੋ ਹੀ ਤਾਂ ਕਿਹਾ ਹੈ ਨਾ, ਮਨ ਮੁਖ ਟੋਈ ਨਾ ਲਹੇ, ਫਿਰ ਦੁੱਖ ਸਹੈ ਅੰਤ ਕਾਲ। ਫਿਰ ਤੜਫਦਾ ਹੈ ਆਦਮੀ। ਫਿਰ ਸਰੀਰ ਵਾਸ਼ਨਾ ਤਾਂ ਹੁੰਦੀ ਹੈ। ਹੁਣ ਦੇਖੋ, ਤੁਸੀਂ ਖਿਆਲ ਕਰੋ, ਅਗਰ ਤੁਹਾਡੀ ਸੰਸਾਰ ਦੀ ਵਾਸ਼ਨਾ ਹੈ ਜੀ, ਜਾਂ ਮੋਹ ਲੱਗਾ ਹੋਇਆ ਹੈ ਸੰਸਾਰ ਨਾਲ, ਉਹਨੂੰ ਵੀ ਵਾਸ਼ਨਾ ਕਹਿੰਦੇ ਆ। ਚਾਹਤ ਹੈ, ਕੋਈ ਜੀਣ ਦੀ ਵੀ ਚਾਹਤ ਹੈ, ਅਤੇ ਸਰੀਰ ਛੁੱਟ ਰਿਹਾ ਹੈ, ਅਤੇ ਸਰੀਰ ਤਾਂ ਛੁੱਟ ਜਾਵੇਗਾ। ਜਿਵੇਂ ਕਬੀਰ ਜੀ ਨੇ ਕਿਹਾ ਵੀ ਇਹ ਜੇ ਇੰਦਰੇ ਹਨ, ਇਹ ਤਾਂ ਸਰੀਰ ਦੇ ਨਾਲ ਹੀ ਛੁੱਟ ਜਾਣਗੇ ਇੱਥੇ। ਪਰ ਲੇਖਾ ਜੋਖਾ ਤੁਹਾਡੇ ਨਾਲ ਹੋਣਾ, ਤੁਸੀਂ ਬੰਧ ਜਾਣਾ ਹੈ। ਉੱਥੇ ਤੁਸੀਂ ਭਟਕਣਾ ਹੈ। ਅੰਦਰ ਵਾਸ਼ਨਾ ਤਾਂ ਹੈ, ਫਿਰ ਭੋਗ ਨਹੀਂ ਹੋਣਾ ਹੈ, ਕਿਉਂਕਿ ਸਰੀਰ ਨਹੀਂ ਹੈ। ਉਹਨਾਂ ਨੂੰ ਵੀ ਭੂਤ ਪ੍ਰੇਤ ਕਹਿੰਦੇ ਆ। ਸਰੀਰ ਨਹੀਂ ਹੁੰਦਾ ਹੈ ਉਹਨਾਂ ਕੋਲ, ਪਰ ਭੋਗਣ ਦੀ ਵਾਸ਼ਨਾ ਤਾਂ ਹੈ। ਵਾਸ਼ਨਾ ਕਰਕੇ ਭਟਕਦਾ ਹੈ। ਦੇਖੋ, ਤੁਸੀਂ ਸੋਚੋ, ਅੰਦਰ ਵਾਸ਼ਨਾ ਹੈ, ਤੁਹਾਨੂੰ ਭੁੱਖ ਲੱਗੀ ਹੈ ਬੜੀ ਤੀਵਰ, ਭੋਜਨ ਸਾਹਮਣੇ ਪਿਆ, ਤੁਸੀਂ ਖਾ ਨਹੀਂ ਸਕਦੇ। ਇੱਦਾਂ ਹੀ ਹੁੰਦਾ ਹੈ ਨਾ। ਹੁਣ ਸਰੀਰ ਨਹੀਂ ਹੈ, ਅੰਦਰ ਵਾਸ਼ਨਾ ਹੈ। ਭੋਗਣ ਦੇ ਪਦਾਰਥ ਤੇ ਦੇਖ ਰਹੇ, ਪਰ ਭੋਗ ਨਹੀਂ ਸਕਦੇ। ਕਿੰਨਾ ਨਹੀਂ ਤੜਫਦਾ ਹੋਊ ਆਦਮੀ। ਬਹੁਤ ਤੜਫਣ ਹੈ। ਇਹੋ ਹੀ ਨਰਕ ਹੈ। ਵਾਸ਼ਨਾ ਰਹਿ ਗਈ ਅਤੇ ਫਿਰ ਐਸਾ ਨਹੀਂ ਹੈ ਵੀ ਅੰਤ ਕਾਲ ਇੱਕਦਮ ਵਾਸਨਾ ਛੁੱਟ ਜਾਵੇਗੀ। ਨਹੀਂ, ਇਹ ਪਹਿਲਾਂ ਤੋਂ ਹੀ ਧੀਰੇ ਧੀਰੇ। ਦਰਅਸਲ ਜਵਾਨੀ ਦੇ ਵਿੱਚ ਹੀ ਜਿਹੜਾ ਛੱਡ ਦੇਵੇ ਨਾ ਵਾਸ਼ਨਾ ਤੋਂ ਮੁਕਤ ਹੋ ਜਾਵੇ, ਉਹੀ ਹੋ ਸਕਦਾ। ਬੁਢਾਪੇ 'ਚ ਵੀ ਕਠਿਨ ਹੈ, ਕਿਉਂਕਿ ਬੁਢਾਪੇ 'ਚ ਵਾਸ਼ਨਾ ਵੱਧਦੀ ਹੈ, ਹਰ ਚੀਜ਼ ਵੱਧਦੀ ਹੈ। ਅਗਰ ਸੰਸਾਰ ਵੱਲ ਤੁਸੀਂ ਧਿਆਨ ਲਾ ਰਹੇ ਹੋ, ਸੋਚ ਰਹੇ ਹੋ, ਵਿਚਾਰ ਰਹੇ ਹੋ, ਆਪਣੇ ਨਾਲ ਮੋਹ ਮਮਤਾ ਤੁਹਾਡੀ ਹੈ, ਤਾਂ ਵਧੇਗੀ ਨਾ, ਘਟੇਗੀ ਥੋੜ੍ਹੀ। ਅਤੇ ਧੀਰੇ ਧੀਰੇ ਪਿੱਛੇ ਨੂੰ ਆਓਗੇ, ਘਟਾਓਗੇ ਵਾਪਸ ਆਪਣੇ ਘਰ ਨੂੰ। ਜਿਹੜੇ ਘਰ ਤੋਂ ਤੁਸੀਂ ਸੰਸਾਰ ਵੱਲ ਗਏ ਹੋ, ਉਸ ਘਰ ਨੂੰ ਹੀ ਵਾਪਸ ਆਉਣਾ ਹੈ, ਆਪਣੇ ਅੰਦਰ ਨੂੰ। ਅੰਦਰ ਹੀ ਹੈ ਨਾ ਘਰ ਤੁਹਾਡਾ, ਅੰਦਰੋਂ ਹੀ ਦੇਖ ਰਹੇ ਹੋ ਨਾ ਬਾਹਰ ਜਾ ਰਹੇ ਹੋ, ਅੰਦਰੋਂ ਬਾਹਰ ਵਾਸ਼ਨਾ ਕਰਕੇ।
ਤੇ ਵਾਸ਼ਨਾ ਨਾ ਰਹੀ ਤੇ ਫਿਰ ਤੁਸੀਂ ਅੰਦਰ ਨੂੰ ਸੁਭਾਵਿਕ ਹੀ ਆਵੋਗੇ। ਤੇ ਜਿੰਨਾ ਚਿਰ ਸੰਸਾਰ ਦੀ ਵਾਸ਼ਨਾ ਹੈ ਨਾ, ਉਹਨਾਂ ਚਿਰ ਆਦਮੀ ਸੰਸਾਰ 'ਚ ਹੀ ਭਟਕਦਾ ਹੈ। ਭਾਵੇਂ ਉਹ ਸੰਸਾਰ ਨੂੰ ਤਿਆਗ ਵੀ ਦੇਵੇ, ਕਿਤੇ ਵੀ ਬੈਠ ਜਾਵੇ ਧਾਰਮਿਕ ਸਥਾਨ 'ਤੇ, ਬਾਹਰੋਂ ਭਾਵੇਂ ਲੱਗੇ ਕਿਸੇ ਨੂੰ ਬਹੁਤ ਵੱਡਾ ਮਹਾਤਮਾ, ਪਰ ਉਹ ਵੈਸੇ ਹੀ ਭਟਕਿਆ ਹੋਇਆ ਹੈ, ਵਾਸ਼ਨਾਗ੍ਰਸਤ ਤੋਂ ਭਟਕਦਾ ਹੀ ਰਹੇਗਾ। ਤੇ ਭਟਕਾ ਕੌਣ ਰਿਹਾ ਹੈ ਤੁਹਾਨੂੰ? ਤੁਹਾਡਾ ਹੀ ਮਨ ਬਾਹਰ ਦੇਖ ਕੇ ਪ੍ਰਭਾਵਿਤ ਹੋ ਜਾਂਦਾ ਹੈ। ਤੇ ਬਾਹਰ ਨੂੰ ਇੰਦਰੀਆਂ ਜਿਹੜੀਆਂ ਉਹ ਖਿੱਚ ਲੈ ਜਾਂਦੀਆਂ ਹਨ ਮਨ ਨੂੰ। ਤੇ ਇਸ ਕਰਕੇ ਮੈਂ ਕਹਿੰਦਾ ਵੀ ਤੁਸੀਂ ਵਾਸ਼ਨਾ ਤੋਂ ਰਹਿਤ ਹੋ ਜਾਓ। ਤੇ ਇਹ ਦਰਵਾਜ਼ੇ ਜਿਹੜੇ ਹਨ ਨਾ, ਜਿਵੇਂ ਧਾਰਮਿਕ ਲੋਕ ਕਹਿੰਦੇ ਹਨ, ਬੰਦ ਕਰਕੇ ਬੈਠੋ। ਮਨ ਨਹੀਂ ਟਿਕੇਗਾ ਜਿੰਨਾ ਚਿਰ ਤੁਸੀਂ ਵਾਸ਼ਨਾ ਤੋਂ ਰਹਿਤ ਨਹੀਂ ਹੋਏ। ਇਸ ਕਰਕੇ ਕਹਿੰਦਾ ਸੰਸਾਰ ਵੱਲੋਂ ਧਿਆਨ ਹਟਾਓ ਜਾਂ ਵਾਸ਼ਨਾ ਤੋਂ ਰਹਿਤ ਹੋ ਜਾਓ, ਇੱਕੋ ਗੱਲ ਹੈ। ਜਦੋਂ ਤੁਹਾਡੀ ਕੋਈ ਚਾਹਤ ਨਾ ਰਹੀ ਭੋਗਣ ਦੀ, ਜਾਣਨ ਦੀ, ਕੋਈ ਵਾਸ਼ਨਾ ਨਾ ਰਹੀ, ਤੁਸੀਂ ਵਾਸ਼ਨਾ ਤੋਂ ਰਹਿਤ, ਜੀਵਨ ਦੀ ਚਾਹਤ ਨਾ ਰਹੀ ਤੇ ਤੁਸੀਂ ਜੀਵਨ ਮੁਕਤ ਹੋ ਜਾਓਗੇ। ਤੁਹਾਡੇ ਆਪਣੇ ਆਪ ਹੀ ਦਰਵਾਜ਼ੇ ਬੰਦ ਹੋ ਜਾਣਗੇ, ਦਸਵਾਂ ਦੁਆਰ ਆਪੇ ਹੀ ਖੁੱਲ੍ਹ ਜਾਵੇਗਾ, ਕਿਉਂਕਿ ਤੁਸੀਂ ਬਾਹਰ ਜਾਓਗੇ ਹੀ ਨਹੀਂ। ਵਾਸ਼ਨਾਗ੍ਰਸਤ ਬਾਹਰ ਜਾਂਦਾ ਹੈ, ਵਾਸ਼ਨਾ ਮੁਕਤ ਆਪਣੇ ਆਪ ਹੀ ਆਪਣੇ ਕੇਂਦਰ ਵੱਲ ਜਾਂਦਾ ਹੈ।